ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ ਪ੍ਰਦੀਪ ਸਿੰਘ ਵਿਰਕ ਮੌਜੂਦ ਨੇ। ਤੁਸੀਂ ਬਾਖੂਬੀ ਜਾਣਦੇ ਹੋ ਕਿ ਸੁਮੇਧ ਸੈਣੀ ਦੇ ਮਾਮਲੇ ਦੇ ਵਿੱਚ ਮੁਲਤਾਨੀ ਦਾ ਜਿਹੜਾ ਕਤਲ ਕੇਸ ਚੱਲਦਾ ਸੁਮੇਧ ਸੈਣੀ ਤੇ ਉਹਦੀ ਪੈਰਵਾਈ ਇਹ ਕਰਦੇ ਨੇ। ਪਰ ਹੁਣ ਇੱਕ ਨਵੀਂ ਅਪਡੇਟ ਜਿਹੜੀ ਆਈ ਹੈ, ਮਾਨਯੋਗ ਸੁਪਰੀਮ ਕੋਰਟ ਨੇ ਜੋ ਟਿੱਪਣੀ ਕੀਤੀ ਹੈ ਉਹ ਤੇ ਹੈਰਾਨਗੀ ਜਤਾਈ ਹੈ ਕਿ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਕਿਸ ਤਰ੍ਹਾਂ ਮਿਲ ਗਈ। ਇਹਦੇ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਿਹੜੇ ਉਹ ਨੋਟਿਸ ਜਾਰੀ ਕੀਤਾ ਗਿਆ, ਉਹ ਕੀ ਕੁਝ ਆ, ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਜਦੋਂ ਸੈਣੀ ਨੂੰ ਬਲੈਂਕਟ ਬੇਲ ਮਿਲਦੀ ਆ ਉਸ ਤੋਂ ਬਾਅਦ ਜਾਂ ਉਸ ਤੋਂ ਅੱਗੇ ਕੀ ਕੁਝ ਹੋ ਸਕਦਾ ਹੈ, ਕੀ ਸੁਮੇਧ ਸੈਣੀ ਕਦੇ ਸਲਾਖਾਂ ਪਿੱਛੇ ਹੋਵੇਗਾ, ਕਿਉਂਕਿ ਹੁਣ ਸੈਂਟਰ ਦੇ ਵਿੱਚ ਜਿਹੜੀ ਬੀਜੇਪੀ ਸਰਕਾਰ ਹੈ ਉਹ ਵੀ ਕਹਿੰਦੀ ਹੈ ਕਿ ਅਸੀਂ ਸਿੱਖਾਂ ਨੂੰ ਇਨਸਾਫ ਦੇਵਾਂਗੇ। ਕੀ ਇਹ ਮਾਮਲਾ ਉਸ ਪਾਸੇ ਵੱਲ ਨੂੰ ਮੋੜ ਕੱਟ ਸਕਦਾ? ਬਹੁਤ ਕੁਝ ਇਹੋ ਜਿਹਾ ਜਿਹਦੇ ਉੱਤੇ ਚਰਚਾ ਕਰਨੀ ਬਣਦੀ ਹੈ। ਸਵਾਗਤ ਹੈ ਤੁਹਾਡਾ ਵਿਰਕ ਸਾਹਿਬ। ਜੀ ਸਤਿ ਸ਼੍ਰੀ ਅਕਾਲ ਵਿਰਕ ਸਾਹਿਬ। ਸਭ ਤੋਂ ਪਹਿਲਾਂ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉੱਥੇ ਕੀ ਕੁਝ ਮਤਲਬ ਪੂਰਾ ਕੇਸ ਕੀ ਸੀ, ਕੀ ਕੁਝ ਕਿਹਾ ਗਿਆ ਫਿਰ ਸੁਪਰੀਮ ਕੋਰਟ ਵੱਲੋਂ? ਸੁਪਰੀਮ ਕੋਰਟ ਤੋਂ ਪਹਿਲਾਂ ਨਹੀਂ, ਤੁਹਾਡੇ ਦਰਸ਼ਕਾਂ ਨੂੰ ਮੈਂ ਬੈਕਗ੍ਰਾਉਂਡ ਥੋੜੀ ਜਿਹੀ ਇਸ ਕੇਸ ਦੀ ਦੱਸਣੀ ਚਾਹੁੰਦਾ। 2018 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਗਵਰਨਮੈਂਟ ਸੀ ਤੇ ਉਸ ਵੇਲੇ ਸੁਮੇਧ ਸੈਣੀ ਨੇ ਬਲੈਂਕਟ ਬੇਲ ਫਾਈਲ ਕਰਤੀ। ਹੁਣ ਉਸ ਵੇਲੇ ਜਦੋਂ ਉਹਨੇ ਬਲੈਂਕਟ ਬੇਲ ਫਾਈਲ ਕੀਤੀ, ਉਸ ਬਲੈਂਕਟ ਬੇਲ ਦੇ ਦੌਰਾਨ ਐਡਵੋਕੇਟ ਜਨਰਲ ਜਿਹੜੇ ਉਦੋਂ ਸੀ ਮਿਸਟਰ ਅਤੁਲ ਨੰਦਾ, ਇਹਨਾਂ ਨੇ ਪੇਸ਼ ਹੋ ਕੇ ਬਹਿਸ ਕੀਤੀ ਤੇ ਸੁਮੇਧ ਸੈਣੀ ਨੂੰ ਇੰਟਰਿਮ ਬਲੈਂਕਟ ਬੇਲ ਦੇ ਦਿੱਤੀ ਗਈ। ਉਸ ਤੋਂ ਬਾਅਦ ਸਰਕਾਰ ਨੇ ਰਿਪਲਾਈ ਨਹੀਂ ਫਾਈਲ ਕੀਤਾ। ਉਸ ਤੋਂ ਬਾਅਦ ਇੱਕ ਬਹਾਨੇ ਜਾਂ ਦੂਜੇ ਤੇ ਜੁਆਇੰਟ ਰਿਕੁਐਸਟ ਤੇ ਜਾਂ ਕਿਸੇ ਵੀ ਕਾਰਨ ਐਡਜਰਨਮੈਂਟ ਹੁੰਦੀ ਰਹੀ। ਉਹ ਮੈਟਰ ਕੰਟੀਨਿਊ ਕਰਦਾ ਗਿਆ ਜਦੋਂ ਤੱਕ ਪਿਛਲੇ ਸਾਲ ਫਾਈਨਲੀ ਹਾਈ ਕੋਰਟ ਵੱਲੋਂ ਜਦੋਂ ਆਰਗੂਮੈਂਟ ਹੋ ਰਹੀ ਸੀ, ਸੋ ਆਨਰੇਬਲ ਹਾਈ ਕੋਰਟ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਬਲੈਂਕਟ ਬੇਲ ਦਿੱਤੀ ਗਈ। ਹੁਣ ਮੇਰਾ ਪਰਸਨਲੀ ਇਹ ਮੰਨਣਾ ਹੈ, ਮੈਂ ਨਹੀਂ ਕਹਿ ਰਿਹਾ ਕਿ ਉਹ ਹਾਈ ਕੋਰਟ ਦਾ ਆਰਡਰ ਗਲਤ ਹੈ ਜਾਂ ਸਹੀ ਹੈ। ਪਹਿਲੀ ਚੀਜ਼ ਸਾਨੂੰ ਇਹ ਦੇਖਣੀ ਆ, ਮੇਰੀ ਇੱਕ ਆਦਤ ਹੈ ਕਿ ਜਦੋਂ ਵੀ ਮੈਂ ਕਿਸੇ ਆਰਡਰ ਨੂੰ ਦੇਖਦਾ ਜਾਂ ਕਿਸੇ ਪੁਆਇੰਟ ਨੂੰ ਕੰਸੀਡਰ ਕਰਦਾ, ਮੈਂ ਉਹਦੇ ਵਿੱਚ ਦੇਖਦਾ ਕਿ ਸਾਡਾ ਕੀ ਰੋਲ ਹੈ। ਸਰਕਾਰ ਦਾ ਇਹਦੇ ਵਿੱਚ ਜੋ ਰੋਲ ਸੀ ਉਹ ਇਹ ਸੀ ਕਿ ਐਂਟੀਸਪੇਟਰੀ ਬੇਲ ਜਦੋਂ ਕਦੇ ਵੀ ਅਪੋਜ਼ ਕਰਨੀ ਹੁੰਦੀ ਹੈ ਤੇ ਉਹਦੇ ਵਿੱਚ ਇਹ ਦੱਸਣਾ ਹੁੰਦਾ ਹੈ ਕਿ ਜਿਹੜਾ ਪਟੀਸ਼ਨਰ ਹੈ, ਜਿਹੜਾ ਅਕਿਊਜ਼ਡ ਹੈ, ਉਹਦੇ ਕ੍ਰੈਡੈਂਸ਼ੀਅਲਸ ਕੀ ਨੇ, ਕਿ ਉਹ ਸਿੰਗਲ ਆਫੈਂਸ ਦੇ ਲਈ ਆਫੈਂਡਰ ਹੈ, ਇੱਕ ਇੰਸਟੈਂਸ ਦਾ ਹੀ ਹੈ ਕਿ ਮਲਟੀਪਲ ਰਿਪੀਟਡ ਆਫੈਂਸਸ ਉਹਨੇ ਕਮਿਟ ਕੀਤੇ ਹੈ, ਮਲਟੀਪਲ ਆਫੈਂਸਸ ਆ ਚੁੱਕੇ ਹੈ, ਉਹਦਾ ਕਰੀਅਰ ਕਿਹੋ ਜਿਹਾ ਸੀ, ਉਹ ਕਿਹੋ ਜਿਹਾ ਬੰਦਾ ਹੈ, ਕਿ ਉਹ ਵਿਟਨੈਸਸ ਨੂੰ ਇੰਟੀਮੀਡੇਟ ਤਾਂ ਨਹੀਂ ਕਰੂਗਾ, ਕਿਤੇ ਉਹ ਟੈਂਪਰਿੰਗ ਆਫ ਐਵੀਡੈਂਸ ਤਾਂ ਨਹੀਂ ਕਰੂਗਾ, ਕਿਤੇ ਉਹ ਐਬਸਕੌਂਡ ਤਾਂ ਨਹੀਂ ਕਰੂਗਾ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀ ਇੱਕ ਐਂਟੀਸਪੇਟਰੀ ਬੇਲ ਦੇ ਵਿੱਚ ਕੰਸੀਡਰ ਹੁੰਦੀਆਂ। ਹੁਣ ਐਂਟੀਸਪੇਟਰੀ ਬੇਲ ਇਨ ਐਨੀ ਕੇਸ ਇਜ਼ ਬਲੈਂਕਟ ਬੇਲ। ਐਂਟੀਸਪੇਟਰੀ ਬਲੈਂਕਟ ਬੇਲ ਜਿਹੜਾ ਅਸੀਂ ਇੱਕ ਕਾਮਨ ਟਰਮੀਨੋਲੋਜੀ ਯੂਜ਼ ਕਰਦੇ ਹਾਂ। ਹੁਣ ਸਰਕਾਰ ਵੱਲੋਂ ਤੁਸੀਂ ਮੇਰੀ ਗੱਲ ਤੇ ਨਾ ਜਾਣਾ, ਇਹ ਜ਼ਰਾ ਪਲੀਜ਼ ਆਰਡਰ ਚੈੱਕ ਕਰਨਾ ਸਪਟੈਂਬਰ 2021 ਦਾ, ਜਿਹਦੇ ਵਿੱਚ ਸੁਮੇਧ ਸੈਣੀ ਨੂੰ ਇੱਕ ਬਲੈਂਕਟ ਬੇਲ ਦਿੱਤੀ ਗਈ। ਪਹਿਲਾਂ ਤਾਂ 2018 ਤੋਂ ਜਦੋਂ ਬਲੈਂਕਟ ਬੇਲ ਸ਼ੁਰੂ ਹੋਈ, ਉਦੋਂ ਤੋਂ 2021 ਤੱਕ ਸਰਕਾਰ ਨੇ ਉਹਨੂੰ ਵਿਕੇਟ ਕਰਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। 10 ਸਪਟੈਂਬਰ 2021 ਨੂੰ ਜਦੋਂ ਇੱਕ 45 ਜਾਂ 47 ਪੇਜਸ ਦਾ ਆਨਰੇਬਲ ਹਾਈ ਕੋਰਟ ਨੇ ਆਰਡਰ ਪਾਸ ਕੀਤਾ, ਉਹਦੇ ਵਿੱਚ ਸਰਕਾਰ ਦੀ ਜ਼ਰਾ ਪਲੀਜ਼ ਬਹਿਸ ਜ਼ਰੂਰ ਨੋਟ ਕਰੋ। ਜੀ ਸਰਕਾਰ ਨੇ ਨਾ ਤਾਂ ਇਹ ਦੱਸਿਆ ਸੁਮੇਧ ਸਿੰਘ ਸੈਣੀ, ਸਰਕਾਰ ਮਤਲਬ ਪੰਜਾਬ ਸਰਕਾਰ, ਨਾ ਤਾਂ ਇਹਨਾਂ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਦਿੱਲੀ CBI ਦੇ ਵਿੱਚ ਇੱਕ ਪ੍ਰੋਸੀਕਿਊਸ਼ਨ ਚੱਲ ਰਹੀ ਹੈ, ਨਾ ਉਹਨਾਂ ਨੇ ਦੱਸਿਆ ਕਿ ਸੁਮੇਧ ਸੈਣੀ ਦੇ ਖਿਲਾਫ ਇੰਨੇ ਸਾਰੇ ਸਾਡੇ ਕੇਸਿਸ ਹੋਰ ਨੇ, ਸੁਮੇਧ ਸੈਣੀ ਨੇ ਜੱਜਸ ਨੂੰ ਇੰਟੀਮੀਡੇਟ ਕੀਤਾ ਹੈ, ਸੁਮੇਧ ਸੈਣੀ ਦੇ ਖਿਲਾਫ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਹੈ, ਸੁਮੇਧ ਸੈਣੀ ਨੂੰ ਫਾਰਮਰ ਚੀਫ ਜਸਟਿਸ ਆਫ ਇੰਡੀਆ ਜਿਹੜੇ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਸੀ, ਉਹਨਾਂ ਨੇ ਇੰਡਾਈਟ ਕੀਤਾ ਇਨਕੁਆਇਰੀ ਦੇ ਵਿੱਚ। ਇਹ ਪੈਰਾਮੀਟਰਸ ਕਦੇ ਦੱਸੇ ਹੀ ਨਹੀਂ ਗਏ ਕੋਰਟ ਨੂੰ। ਇਸ ਕਰਕੇ ਸੁਮੇਧ ਸੈਣੀ ਜੇ ਐਬਸਕੌਂਡ ਨਹੀਂ ਕਰ ਸਕਦਾ ਸੀ ਬਿਕੋਜ਼ ਆਫ ਹਾਈ ਥ੍ਰੈਟ ਪਰਸੈਪਸ਼ਨ, ਇੰਟੀਮੀਡੇਸ਼ਨ ਆਫ ਵਿਟਨੈਸਸ ਜਾਂ ਇੰਟੀਮੀਡੇਸ਼ਨ ਜਾਂ ਟੈਂਪਰਿੰਗ ਆਫ ਐਵੀਡੈਂਸ ਤਾਂ ਜ਼ਰੂਰ ਹੋ ਸਕਦੀ ਸੀ। ਇੰਟੀਮੀਡੇਸ਼ਨ ਆਫ ਵਿਟਨੈਸਸ ਦੀ ਗੱਲ ਕਿਉਂ ਨਹੀਂ ਕੀਤੀ ਗਈ? ਇੰਟੀਮੀਡੇਸ਼ਨ ਜੇ ਉਹ ਜੱਜਸ ਦੀ ਕਰ ਸਕਦਾ ਹੈ ਤੇ ਵਿਟਨੈਸ ਕੀ ਚੀਜ਼ ਸੀ? ਇਸ ਕਰਕੇ ਉਹਨੂੰ ਬਲੈਂਕਟ ਬੇਲ ਨਹੀਂ ਦੇਣੀ ਚਾਹੀਦੀ ਸੀ। ਜਦੋਂ ਸਰਕਾਰ ਨੇ ਪੂਰਾ ਪੱਖ ਨਹੀਂ ਰੱਖਿਆ ਤੇ ਉਹਨੂੰ ਕਿਉਂ ਨਹੀਂ ਬਲੈਂਕਟ ਬੇਲ ਮਿਲਣੀ ਸੀ? ਫਿਰ ਜਦੋਂ ਬਲੈਂਕਟ ਬੇਲ ਸਪਟੈਂਬਰ 'ਚ ਮਿਲ ਗਈ, ਪਹਿਲੀ ਗੱਲ ਬਹੁਤ ਤਾਰੀਫੇ ਕਾਬਿਲ ਚੀਜ਼ ਹੈ ਜੋ ਹੁਣ ਸੁਪਰੀਮ ਕੋਰਟ ਵੱਲੋਂ ਆਨਰੇਬਲ ਸੁਪਰੀਮ ਕੋਰਟ ਨੇ ਜੋ ਆਰਡਰ ਕੀਤਾ, ਬਹੁਤ ਤਾਰੀਫੇ ਕਾਬਿਲ ਚੀਜ਼ ਹੈ। ਐਂਡ ਜੋ ਮਿਸਟਰ ਪਤਵਾਲੀਆ ਕਰਵਾ ਕੇ ਲਿਆਏ ਹੈ, ਮੈਂ ਉਸ ਚੀਜ਼ ਦੇ ਲਈ ਆਈ ਐਮ ਨਾਟ ਓਨਲੀ ਹੈਪੀ, ਆਈ ਐਮ ਗ੍ਰੇਟਫੁਲ ਕਿ ਸਾਡੇ ਲਾਇਰਸ ਦੇ ਵਿੱਚੋਂ ਇੱਕ ਲਾਇਰ ਨੇ ਐਫਰਟ ਕੀਤੀ ਹੈ ਐਜ਼ ਐਡਵੋਕੇਟ ਜਨਰਲ, ਉਹ ਪੇਸ਼ ਹੋਏ ਹੈ। ਨਹੀਂ ਤਾਂ ਸਾਡੇ ਤਾਂ ਐਡਵੋਕੇਟ ਜਨਰਲਸ ਪੇਸ਼ ਹੀ ਨਹੀਂ ਹੋ ਰਹੇ ਸੀ, ਦੂਜੇ ਕਾਉਂਸਲਸ
ਪੇਸ਼ ਕਰਵਾ ਰਹੇ ਸੀ ਤੇ ਪਤਵਾਲੀਆ ਸਾਹਿਬ ਆਪ ਪੇਸ਼ ਹੋਇਆ, ਬਹੁਤ ਖੁਸ਼ੀ ਦੀ ਗੱਲ। ਜੀ ਔਰ ਦੂਜਾ ਆਰਡਰ ਅੱਜ ਆਇਆ ਹੈ, ਬਟ ਅਗੇਨ ਦਾ ਪੁਆਇੰਟ ਦੈਟ ਕਮਸ ਅਪ ਇਜ਼ ਕਿ ਸਪਟੈਂਬਰ ਦਾ ਆਰਡਰ, ਤੁਸੀਂ ਵੇਖੋ ਦੋ ਸਰਕਾਰਾਂ ਬਦਲ ਗਈਆਂ, ਕੈਪਟਨ ਸਾਹਿਬ, ਆਈ ਐਮ ਨਾਟ ਟਾਕਿੰਗ ਕਾਂਗਰਸ ਗਵਰਨਮੈਂਟ, ਇਟ ਇਜ਼ ਕੈਪਟਨ ਸਾਹਿਬ ਸੀਐਮ, ਫਿਰ ਚੰਨੀ ਸਾਹਿਬ ਸੀਐਮ, ਔਰ 3 ਐਡਵੋਕੇਟ ਜਨਰਲਸ ਬਦਲ ਗਏ। ਹੁਣ ਜਾ ਕੇ 5 ਮਹੀਨੇ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਸੈਣੀ ਦਾ ਬਲੈਂਕਟ ਬੇਲ ਦਾ ਆਰਡਰ, ਮਤਲਬ ਉਹ ਆਰਡਰ ਸੁਪਰੀਮ ਕੋਰਟ ਚੈਲੰਜ ਹੋ ਕੇ ਉਹਦੇ ਵਿੱਚ ਆ ਮੋਡੀਫਿਕੇਸ਼ਨ ਜਾਂ ਆ ਡਾਇਰੈਕਸ਼ਨ ਆਈ ਹੈ ਕਿ ਕੋਈ ਹੋਰ ਬੈਂਚ ਸੁਣੇ। ਜੇ ਜਸਟਿਸ ਜ਼ਰੂਰਤ ਤੋਂ ਜ਼ਿਆਦਾ ਡਿਲੇ ਕੀਤੀ ਜਾਵੇ, ਸਰਕਾਰ ਉਸ ਚੀਜ਼ ਦੇ ਵਿੱਚ ਅਕਿਊਜ਼ ਨੂੰ ਬਚਾਉਣ ਤੇ ਲੱਗ ਜੇ, ਤੇ ਐਵਰੀਥਿੰਗ ਬਿਕਮਸ ਵੈਰੀ ਕੰਪਲਿਕੇਟਡ। ਇੱਥੇ ਅੱਜ ਸੁਪਰੀਮ ਕੋਰਟ ਨੇ ਫਿਰ ਇੱਕ ਵਾਰੀ ਜੁਡੀਸ਼ਰੀ ਦੇ ਵਿੱਚ ਪਬਲਿਕ ਦਾ ਫੇਥ ਰਿਪੋਜ਼ ਕੀਤਾ ਹੈ, ਇਹੋ ਜਿਹੀ ਵਰਡਿਕਟ ਦੇ ਕੇ ਕਿ 2 ਹਫ਼ਤਿਆਂ ਦੇ ਵਿੱਚ ਡਿਸਾਈਡ ਕੀਤਾ ਜਾਵੇ। ਆਈ ਐਮ ਨਾਟ ਕੁਐਸਚਨਿੰਗ ਦੀ ਪ੍ਰੀਵੀਅਸ ਆਰਡਰ, ਪਰ ਮੈਂ ਉਸ ਆਰਡਰ ਦੇ ਵਿੱਚ ਇੱਕ ਸਵਾਲ ਜ਼ਰੂਰ ਚੁੱਕਦਾ। ਵੇਖੋ, ਇੱਕ ਆਰਡਰ ਕੋਰਟ ਦਾ ਪਾਸ ਕਰਨਾ ਔਰ ਉਸ ਆਰਡਰ ਨੂੰ ਚੈਲੰਜ ਕਰਨਾ ਇੱਕ ਲੀਗਲ ਪ੍ਰੋਸੀਜਰ ਹੈ। ਮੰਨ ਲਓ ਆਰਡਰ ਲੱਗਿਆ ਕਿ ਲੀਗਲੀ ਸਹੀ ਨਹੀਂ ਹੈ, ਜੋ ਲੀਗਲੀ ਸਹੀ ਨਹੀਂ ਸੀ ਕਿ ਬਲੈਂਕਟ ਤੁਸੀਂ ਪ੍ਰੋਟੈਕਸ਼ਨ ਇੰਨੀ ਦੇਤੀ, ਪਰ ਜੱਜ ਨੂੰ ਜਦੋਂ ਤੁਸੀਂ ਕ੍ਰੈਡੈਂਸ਼ੀਅਲਸ ਹੀ ਨਹੀਂ ਦੱਸੇ ਕਿ ਸਾਨੂੰ ਇਹ ਹੱਕ ਬਣਦਾ ਹੈ, ਉਸ ਜੱਜ ਤੇ ਉਂਗਲ ਚੁੱਕਣੀ। ਦੂਜੀ ਗੱਲ, ਜਦੋਂ ਉਸ ਆਰਡਰ ਨੂੰ ਚੈਲੰਜ ਹੀ ਨਹੀਂ ਕੀਤਾ ਤੇ ਆਰਡਰ ਸੈਟੀਸਫਾਈਡ ਕਿੱਥੋਂ ਹੋਣਾ ਸੀ? ਦੈਟ ਆਰਡਰ ਹੈਡ ਟੂ ਬੀ ਕੰਟੀਨਿਊ। ਉਹ ਕਿਹੜਾ ਇੱਕ ਵਾਰੀ ਕੰਟੀਨਿਊ ਹੋਇਆ? ਫੈਬਰੂਅਰੀ 'ਚ ਗਿਆ, ਫੈਬਰੂਅਰੀ ਤੋਂ ਮਾਰਚ 'ਚ ਆਇਆ। ਲੋ ਸੀ, ਹਰ ਚੀਜ਼ ਨੂੰ ਇੰਨਾ ਡਿਲੇ ਕਰਨਾ ਵੀ ਠੀਕ ਨਹੀਂ ਹੈ ਕਿ ਉਸ ਚੀਜ਼ ਨੂੰ, ਉਹਦਾ ਜਿਹੜਾ ਪਰਪਸ ਹੈ ਉਹ ਡਿਫੀਟ ਹੋ ਜਾਏ। 2018 ਤੋਂ ਲੈ ਕੇ ਇਲੈਕਸ਼ਨ ਹੋ ਕੇ ਅਗਲੀ ਸਰਕਾਰ ਬਣਨ ਜਾ ਰਹੀ ਹੈ, ਜਦੋਂ ਕੇਸ ਦੀ ਸੁਣਵਾਈ ਡਿਲੇ ਤਾਂ ਵੇਖੋ ਇੱਕ ਵਾਰੀ ਕੇਸ ਦੇ ਵਿੱਚ ਕਿੰਨੀ। ਤੁਸੀਂ ਮੁਲਤਾਨੀ ਕੇਸ ਨੂੰ ਰੈਫਰ ਕੀਤਾ ਹੈ, 91 ਦਾ ਕੇਸ ਜੀ, ਇਹ ਸੀਬੀਆਈ ਕੇਸ 94 ਦਾ ਕੇਸ, ਬਲੈਂਕਟ ਬੇਲ 4 ਸਾਲ ਡਿਸਾਈਡ ਹੀ ਨਹੀਂ ਹੋਈ, 3.5 ਸਾਲ ਲੱਗ। ਸੋ ਕਿਤੇ ਨਾ ਕਿਤੇ ਜਿੰਨਾ ਮਰਜ਼ੀ ਚੰਗਾ ਆਰਡਰ ਆਵੇ, ਉਹ ਇੰਨੀ ਡਿਲੇ ਤੋਂ ਬਾਅਦ ਲਿਆਂਦਾ ਜਾਂਦਾ ਹੈ ਕਿ ਉਸ ਚੀਜ਼ ਦਾ ਪਰਪਸ ਡਿਫੀਟ ਹੋ ਜਾਂਦਾ। ਐਂਡ ਮੈਂ ਐਜ਼ ਅ ਲਾਇਰ ਇੱਥੇ ਆਹੀ ਫੀਲ ਕਰਦਾ ਕਿ ਗਵਰਨਮੈਂਟ ਵੱਲੋਂ ਕਿਤੇ ਵੀ ਕੋਈ ਐਕਟਿਵ ਰੋਲ ਨਹੀਂ ਪਲੇ, ਨਹੀਂ ਤਾਂ ਹੋ ਹੀ ਨਹੀਂ ਸਕਦਾ ਕਿ ਇਨਵੈਸਟੀਗੇਸ਼ਨਸ ਫੇਅਰ ਨਾ ਹੁੰਦੀਆਂ ਔਰ ਸੁਮੇਧ ਸਿੰਘ ਸੈਣੀ ਵਰਗਾ ਇੰਨੀ ਦੇਰ ਬਾਅਦ ਨਾ ਜਾਂਦਾ। ਜੀ ਬਿਲਕੁਲ। ਵਿਰਕ ਸਾਹਿਬ, ਥੋੜਾ ਜਿਹਾ ਕੀ ਦੱਸੋਗੇ ਕਿ ਜਦੋਂ ਮਾਣਯੋਗ ਹਾਈ ਕੋਰਟ ਨੇ ਪਿਛਲੇ ਜਿਹੜੇ ਆਰਡਰ ਪਾਸ ਕੀਤੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ, ਉਹਦੇ ਵਿੱਚ ਕੀ ਜੱਜ ਸਾਹਿਬਾਨ ਇਸ ਗੱਲ ਨੂੰ ਲੈ ਕੇ, ਕਿਉਂਕਿ ਜੱਜ ਸਾਹਿਬਾਨ ਨੂੰ ਕੀ ਨਹੀਂ ਇਸ ਬਾਰੇ ਜਾਂ ਪਤਾ ਹੁੰਦਾ, ਜਾਂ ਚਲੋ ਦੱਸਣਾ ਤਾਂ ਵਕੀਲਾਂ ਨੇ ਹੁੰਦਾ, ਪਰ ਫਿਰ ਵੀ ਇੱਕ ਆਪਣੇ ਤੌਰ ਤੇ ਹੁੰਦਾ, ਕੋਈ ਇਹੋ ਜਿਹਾ ਹੋਵੇ ਕਿ ਸੁਮੇਧ ਸੈਣੀ ਦੇ ਬੈਕਗਰਾਉਂਡ ਬਾਰੇ ਉਹਨਾਂ ਨੂੰ ਪਤਾ ਹੋਵੇ, ਫਿਰ ਉਹ ਅਦਾਲਤ ਦੇ ਵਿੱਚ ਕੋਈ ਝਾੜ ਝੰਬ ਉਹਨਾਂ ਅਧਿਕਾਰੀਆਂ ਦੀ ਜਾਂ ਆਪਣੇ ਵਕੀਲ ਸਾਹਿਬਾਨ ਦੀ ਕਰਨ ਕਿ ਤੁਸੀਂ ਸਾਨੂੰ ਪੂਰੀ ਜਾਣਕਾਰੀ ਕਿਉਂ ਨਹੀਂ ਦੇ ਰਹੇ, ਸਾਨੂੰ ਇਸ ਬਾਰੇ ਪਤਾ ਹੈ, ਇਹੋ ਜਿਹਾ ਕੁਝ ਹੋ ਸਕਦਾ? ਇੱਕ ਛੋਟੀ ਜਿਹੀ ਗੱਲ ਤੁਹਾਨੂੰ ਅੱਜ ਪੁੱਛ, ਮੈਂ ਤਾਂ ਸੁਮੇਧ ਸੈਣੀ ਦੇ ਉਲਟ ਆਇਆ, ਇਹਨਾਂ ਉਹਦੇ ਖਿਲਾਫ ਕੇਸ ਲੜਿਆ, ਸਾਰਾ ਕੁਝ ਕੀਤਾ। ਜਿਹੜੇ ਡਾਕੂਮੈਂਟਸ ਕੋਰਟਸ ਦੇ ਵਿੱਚ ਮੈਂ ਲਾਉਂਦਾ ਰਿਹਾ, ਮੈਂ ਇੰਟਰਵਿਊਜ਼ ਦੇ ਵਿੱਚ ਦਿਖਾਉਂਦਾ ਰਿਹਾ, ਇਸ ਆਰਡਰ ਦੇ ਵਿੱਚ ਕਿਉਂ ਰੈਫਰਡ ਨਹੀਂ ਹੈ? ਬਿਕੋਜ਼ ਸਰਕਾਰ ਨੇ ਪੁਆਇੰਟ ਆਊਟ ਨਹੀਂ ਕੀਤੇ ਸੀ ਇਹ ਕਾਗਜ਼। ਜਸਟਿਸ ਚਾਂਜੀ ਨੂੰ ਸੁਮੇਧ ਸੈਣੀ ਨੇ ਓਪਨਲੀ ਥ੍ਰੈਟਨ ਕੀਤਾ, ਜਜਮੈਂਟ ਦੇ ਵਿੱਚ ਰਿਕਾਰਡਡ, ਕਿਤੇ ਕੋਰਟ ਨੂੰ ਆ ਪੁਆਇੰਟ ਆਊਟ ਕੀਤਾ ਗਿਆ, ਤੁਸੀਂ ਆਰਡਰ ਚੈੱਕ ਕਰੋ, ਉਹਦੇ 'ਚ ਨਹੀਂ ਲਿਖਿਆ ਹੋਇਆ। ਕਿਤੇ ਇਹ ਮੈਂਸ਼ਨਡ ਹੈ ਉਹਦੇ ਵਿੱਚ ਕਿ ਜਸਟਿਸ ਤੀਰਥ ਸਿੰਘ ਠਾਕੁਰ ਨੇ ਚਿੱਠੀ ਦੇ ਵਿੱਚ ਉਹਨੂੰ ਇੰਡਾਈਟ ਕੀਤਾ, ਇਨਕੁਆਇਰੀ ਰਿਪੋਰਟ ਦੇ ਵਿੱਚ, ਇਨ ਅ ਲੈਟਰ ਰਿਟਨ ਟੂ ਚੀਫ ਜਸਟਿਸ ਆਫ ਇੰਡੀਆ। ਜਦੋਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਰਿਕਾਰਡ ਤੇ ਹੀ ਨਹੀਂ ਲਿਆਉਂਗੇ ਤੇ ਕੋਰਟ ਪਰਸਨਲ ਨੌਲੇਜ ਤੇ ਜਾ ਰਹੀ ਹੈ, ਫਿਰ ਤਾਂ ਕੋਰਟ ਹੀ ਬਾਇਸਡ ਹੋਗੀ ਨਾ। ਮੰਨ ਲਓ ਮੈਂ ਜਾਂ ਤੁਸੀਂ ਜੱਜ ਹੋਈਏ ਤੇ ਸੈਣੀ ਬਾਰੇ ਸਾਨੂੰ ਪਰਸਨਲ ਨੌਲੇਜ ਹੈ, ਤੇ ਅਸੀਂ ਤਾਂ ਕੇਸ ਹੀ ਨਹੀਂ ਸੁਣ ਸਕਦੇ। ਉਸੇ ਤਰ੍ਹਾਂ ਜੱਜ ਸਾਹਿਬ ਪਰਸਨਲ ਨੌਲੇਜ ਤਾਂ ਰੱਖ ਨਹੀਂ ਸਕਦੇ। ਕੱਲ ਨੂੰ ਸੈਣੀ ਨੇ ਆਪ ਲਈ ਲੈਣੀ ਹੈ ਕਿ ਜੀ ਜੱਜ ਸਾਹਿਬ ਨੇ ਕਿਵੇਂ ਆ ਕਰਤਾ। ਹਾਂ, ਇਹ ਜੇ ਜੱਜ ਸਾਹਿਬ ਨੇ ਜੂਰਿਸਡਿਕਸ਼ਨ ਐਕਸੀਡ ਕੀਤੀ ਹੈ, ਜੋ ਉਹਨਾਂ ਨੇ ਇੱਕ ਬਲੈਂਕਟ ਪ੍ਰੋਟੈਕਸ਼ਨ ਸੈਣੀ ਨੂੰ ਦੇਤੀ ਸੀ, ਉਹਦੇ ਵਿੱਚ ਉਸ ਕੋਰਟ ਦੀ ਬਲੈਂਕਟ ਪ੍ਰੋਟੈਕਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੀਤਾ ਕਮੈਂਟ। ਪਰ ਮੈਂ ਫਿਰ ਉਸੇ ਗੱਲ ਤੇ ਜਾਣਾ ਕਿ ਉਹ ਬਲੈਂਕਟ ਪ੍ਰੋਟੈਕਸ਼ਨ ਨੂੰ ਚੈਲੰਜ ਕਰਨ ਲਈ ਇੰਨੀ ਦੇਰ ਕਿਉਂ ਲੱਗੀ, ਔਰ ਦੂਜੀ ਗੱਲ, ਉਹ ਬਲੈਂਕਟ ਪ੍ਰੋਟੈਕਸ਼ਨ ਆਉਣ ਦਾ ਕਾਰਨ ਕੀ ਸੀ? ਕਿਉਂਕਿ ਸਰਕਾਰ ਹੀ ਇਸ ਤਰ੍ਹਾਂ ਪ੍ਰੋਸੀਡ ਕੀਤੀ ਹੈ ਕਿ ਕੋਰਟ ਨੂੰ ਕਨਵਿੰਸ ਕਰਤਾ ਕਿ ਜੀ ਸੁਮੇਧ ਸੈਣੀ ਦੇ ਨਾਲ ਵੈਂਡੇਟਾ ਹੋ ਰਿਹਾ ਜੀ। ਤੇ ਜਿਹੜਾ ਸੁਪਰੀਮ ਕੋਰਟ ਵੱਲੋਂ ਹੁਣ ਜੋ ਕੁਝ ਆਰਡਰ, ਜੋ ਕੁਝ ਕਿਹਾ ਗਿਆ, ਨੋਟਿਸ ਲਿਆ ਗਿਆ, ਇਹ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਜਵਾਬ ਦਿਓ, ਤੇ ਇਹਦੇ ਵਿੱਚ ਜਵਾਬ ਕਿਸ ਤਰ੍ਹਾਂ ਦਾ ਹੋਏਗਾ? ਕੀ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਨੇ ਜਵਾਬ ਦਿਓ ਸਿਰਫ ਨਹੀਂ ਕਿਹਾ, ਉਹਨਾਂ ਨੇ ਕਿਹਾ ਹੈ ਕਿ ਲਿਸਟਡ ਬਿਫੋਰ ਸਮ ਅਦਰ ਬੈਂਚ, ਔਰ 2 ਹਫ਼ਤਿਆਂ ਦੇ ਵਿੱਚ, ਕਿਉਂਕਿ ਇਹ ਨਿਊਜ਼ ਬਾਰਨ ਬੈਂਚ ਵੈਬਸਾਈਟ ਤੋਂ ਆਈ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ, ਬਿਕੋਜ਼ ਮੈਂ ਇਹਦੇ 'ਚ ਵਕੀਲ ਨਹੀਂ ਪੇਸ਼ ਹੋ ਰਿਹਾ, ਬਲੈਂਕਟ ਬੇਲ ਹੈ ਬਿਟਵੀਨ ਸੈਣੀ ਐਂਡ ਸਟੇਟ ਆਫ ਪੰਜਾਬ। ਸੋ ਸਟੇਟ ਆਫ ਪੰਜਾਬ ਨੇ ਚੈਲੰਜ ਕੀਤਾ ਸੀ, ਔਰ ਉਹਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ 2 ਹਫ਼ਤਿਆਂ ਦੇ ਵਿੱਚ ਇਹ ਬਲੈਂਕਟ ਬੇਲ ਡਿਸਾਈਡ ਕੀਤੀ ਜਾਵੇ।
ਹੂੰ ਇੰਨੀ ਦੇਰ ਤੋਂ ਪੈਂਡਿੰਗ ਹੈ, ਔਰ ਕਿਉਂ ਇੱਕ ਬਲੈਂਕਟ ਪ੍ਰੋਟੈਕਸ਼ਨ ਦਿੱਤੀ ਗਈ ਹੈ ਫॉर ਆਲ ਆਫੈਂਸਸ ਦੈਟ ਮੇ ਅਰਾਈਜ਼। ਕਿਉਂਕਿ ਕੀ ਹੁੰਦਾ ਹੈ ਇਸ ਆਰਡਰ ਦੇ ਵਿੱਚ ਜੋ ਉਹਨਾਂ ਨੇ ਬਲੈਂਕਟ ਪ੍ਰੋਟੈਕਸ਼ਨ ਦਿੱਤੀ ਗਈ ਹੈ ਕੋਰਟ ਵੱਲੋਂ, ਉਹ ਤਾਂ ਡੈਫੀਨਿਟਲੀ ਜੁਡੀਸ਼ੀਅਲ ਪੈਰਾਮੀਟਰਸ ਤੋਂ ਥੋੜੀ ਬਿਯੋਂਡ ਸੀ, ਉਸ ਕਰਕੇ ਉਹਨੂੰ ਚੈਲੰਜ ਕਰਨਾ ਬਣਦਾ ਸੀ। ਔਰ ਮੈਂ ਉਸ ਚੀਜ਼ ਤੇ ਸਿਰਫ ਐਕਸਪ੍ਰੈਸ ਕਰ ਰਿਹਾ ਇੱਕ ਡਿਸਸੈਟੀਸਫੈਕਸ਼ਨ ਕਿ ਬਹੁਤ ਵਧੀਆ ਕੀਤਾ ਹੈ ਕਿ ਚੈਲੰਜ ਕੀਤਾ ਹੈ, ਪਰ ਇੰਨੀ ਲੇਟ ਵੀ ਕਿਉਂ ਕੀਤਾ। ਇੱਥੇ ਮੁੱਦਾ ਇਹ ਆਉਂਦਾ ਹੈ ਦੇਰ ਆਏ ਦੁਰਸਤ ਆਏ, ਪਰ ਮੈਂ ਪੁੱਛ ਰਿਹਾ ਦੇਰ ਦੇ ਲਈ ਕੌਣ ਰਿਸਪੌਂਸਿਬਲ। ਵਾਲੀਆ ਸਾਹਿਬ ਨੇ ਤਾਂ ਬਹੁਤ ਵਧੀਆ ਕੰਮ ਕਰਤਾ, ਪਰ ਡਿਲੇ ਲਈ ਕੌਣ ਜਵਾਬ ਦੇ। ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, 6 ਮਹੀਨੇ। ਕੀ ਹੁਣ ਇਹ ਤੋਂ ਬਾਅਦ ਇਹ ਸਮਝਿਆ ਜਾਏ ਕਿ ਸੁਮੇਧ ਸੈਣੀ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਫਿਰ ਪੇਸ਼ ਹੋਣਾ ਪਏਗਾ, ਫਿਰ ਪੁੱਛਗਿੱਛ ਹੋਏਗੀ, ਕੋਈ ਕੇਸ ਜਿਹੜੇ ਚੱਲਦੇ ਨੇ ਇਹ ਤਾਂ ਸਿਰਫ ਬਲੈਂਕਟ ਬੇਲ ਹੈ, ਜਿਹਦੇ ਵਿੱਚ ਇਨਵੈਸਟੀਗੇਸ਼ਨ ਕਰਨਾ ਜਾਂ ਨਾ ਕਰਨਾ ਤਾਂ ਸਰਕਾਰ ਦੇ ਹੱਥ ਹੈ। ਉਹ ਕੇਸਿਸ ਜਿਵੇਂ ਮੁਲਤਾਨੀ ਕੇਸ ਹੈ, ਆਨਰੇਬਲ ਸੁਪਰੀਮ ਕੋਰਟ ਵੱਲੋਂ ਹੀ ਪ੍ਰੋਸੀਡਿੰਗ ਉਹਦੇ ਵਿੱਚ ਸਟੇ ਹੋ ਰੱਖੀ ਸੀ, ਕਿਉਂਕਿ ਸਰਕਾਰ ਨੇ ਕਿਹਾ ਸੀ ਵੀ ਅਸੀਂ ਚਲਾਨ ਟ੍ਰਾਂਸਲੇਟ ਕਰਕੇ ਫਾਈਲ ਕਰਾਂਗੇ। ਉਸ ਤੋਂ ਬਾਅਦ ਕੋਵਿਡ ਦੀ ਰਿਸਟ੍ਰਿਕਸ਼ਨ ਆ ਗਈ ਔਰ ਸਰਕਾਰ ਨੇ ਉਸ ਚੀਜ਼ ਤੇ ਕਿਹਾ ਸੀ ਕਿ ਜੀ ਠੀਕ ਹੈ ਟ੍ਰਾਇਲ ਕੋਰਟ ਐਡਜਰਨ ਕਰ ਲਵੇ ਪ੍ਰੋਸੀਡਿੰਗਸ, ਤੁਸੀਂ ਡਾਇਰੈਕਸ਼ਨ ਦੇ ਦਿਓ ਕਿਉਂਕਿ ਅਸੀਂ ਚਲਾਨ ਪਲੇਸ ਔਨ ਰਿਕਾਰਡ ਕਰਨਾ। ਇਹ ਪੰਜਾਬ ਸਰਕਾਰ ਦੀ ਕੰਸੈਂਟ ਸੀ। ਸੈਣੀ ਦੇ ਲਾਇਰ ਨੇ ਆਬਜੈਕਟ ਕੀਤਾ ਸੀ ਕਿ ਜੀ ਜੇ ਪ੍ਰੋਸੀਡਿੰਗ ਥੱਲੇ ਚੱਲ ਪਈ ਇਹ ਤਾਂ ਟਾਈਮ ਲੈ ਰਹੇ। ਉਹਨਾਂ ਨੇ ਕਿਹਾ ਅੱਛਾ ਠੀਕ ਹੈ ਜੀ ਪ੍ਰੋਸੀਡਿੰਗ ਉਨੀ ਦੇਰ ਨਾ ਚਲਾਓ। ਉਸ ਤੋਂ ਬਾਅਦ ਕੋਵਿਡ ਆ ਗਿਆ, ਅੱਜ ਤੱਕ ਉਹ ਕੇਸ ਡਿਸਾਈਡ ਨਹੀਂ ਹੋਇਆ। ਇਹੀ ਚੀਜ਼ਾਂ ਹੋ ਜਾਂਦੀਆਂ ਜੀ ਜਦੋਂ ਸਰਕਾਰ ਤਫਤੀਸ਼ ਹੀ ਨਹੀਂ ਕਰ ਰਹੀ ਜਾਂ ਤਫਤੀਸ਼ ਹੀ ਰੋਕ ਰੱਖੀ ਹੈ ਜਾਂ ਦੂਜੇ ਕੇਸਿਸ ਠੰਡੇ ਬਸਤੇ 'ਚ ਪਾਤੇ, ਤੇ ਬਲੈਂਕਟ ਬੇਲ ਹੋਵੇ ਜਾਂ ਨਾ ਹੋਵੇ ਫਰਕ ਕੀ ਪੈ ਰਿਹਾ। ਬਟ ਐਨੀਵੇ ਆਈ ਸਟਿਲ ਫੀਲ ਕਿ ਚਲੋ ਇੱਕ ਚੰਗੀ ਸ਼ੁਰੂਆਤ ਤਾਂ ਕੀਤੀ, ਮੁੜ ਉਹ ਚੀਜ਼ ਪਬਲਿਕ ਦੇ ਸਾਹਮਣੇ ਲਿਆ ਕੇ ਤਾਂ ਰੱਖੀ ਗਈ ਜੀ, ਅਸੀਂ ਤਾਂ ਅਜੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਹੋਰ ਇਹਦੇ ਵਿੱਚ ਸਵਾਲ ਖਾਸ ਹੋ ਜਾਂਦਾ ਕਿ ਅੱਗੋਂ ਹੁਣ 10 ਮਾਰਚ ਤੋਂ ਨਵੀਂ ਸਰਕਾਰ ਦਾ ਜੋੜ ਤੋੜ ਸ਼ੁਰੂ ਹੋ ਜਾਣਾ ਕਿ ਕਿਹਨੇ ਬਣਨਾ ਕਿਹਨੇ ਨਹੀਂ ਬਣਨਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਸੁਮੇਧ ਸੈਣੀ ਦੇ ਕੇਸ ਨੂੰ ਫਿਰ ਉੱਥੇ ਕਿੱਥੇ ਦੇਖਦੇ ਹੋ? ਕਿਉਂਕਿ ਪਿਛਲੀਆਂ ਸਰਕਾਰਾਂ ਤਾਂ ਹੁਣ ਤੱਕ ਉਹਨਾਂ ਨੇ ਜੋ ਗੋਂਗਲੂਆਂ ਤੋਂ ਮਿੱਟੀ ਝਾੜਦੇ ਆਏ, ਜੋ ਬਚਾਅ ਕਰਦੇ ਆਏ, ਉਹ ਸਭ ਨੂੰ ਪਤਾ। ਤੇ ਹੁਣ ਅਗਲੀ ਸਰਕਾਰ ਤੋਂ ਜੇ ਫਿਰ ਇਹ ਮਸਲਾ ਇਦਾਂ ਹੀ ਲਟਕਿਆ ਗਿਆ, ਕੀ ਕੋਈ ਇਹੋ ਜਿਹਾ ਤਰੀਕਾ ਨਹੀਂ ਹੈਗਾ ਕਿ ਕਿਸੇ ਤਰੀਕੇ ਦੇ ਨਾਲ ਕਾਨੂੰਨ ਜ਼ਰੀਏ ਉਹਨੂੰ ਸ਼ਿਕੰਜੇ ਵਿੱਚ ਲਿਆਂਦਾ ਜਾਏ? ਸੁਪਰੀਮ ਕੋਰਟ ਮਾਨਯੋਗ ਪਈ ਆ, ਸਰਕਾਰਾਂ ਤਾਂ ਬਣਦੀਆਂ ਰਹਿਣਗੀਆਂ। ਮੇਰੀ ਐਫਰਟ ਸਰਕਾਰ ਤੋਂ ਇੰਡੀਪੈਂਡੈਂਟ ਕਾਫੀ ਹੱਦ ਤੱਕ ਸਰਕਾਰ ਦੇ ਤੁਸੀਂ ਵੀ ਜਾਣਦੇ ਹੋ, ਤੁਹਾਡੇ ਦਰਸ਼ਕ ਮੈਂ ਤਾਂ ਉਸੇ ਰਾਹ ਹੀ ਚੱਲਾਂਗਾ ਹੁਣ ਵੀ। ਨਾ ਮੈਂ ਸਰਕਾਰ ਤੋਂ ਉਮੀਦ ਰੱਖ ਕੇ ਚੱਲਦਾ, ਨਾ ਮੈਂ ਰੱਖ ਸਕਦਾ। ਸਰਕਾਰ ਨੇ ਕੀ ਕਰਨਾ ਉਹ ਸਰਕਾਰ ਜਾਣੇ। ਪ੍ਰਾਈਵੇਟ ਲਾਇਰ ਉਦੋਂ ਹੀ ਪਿਕਚਰ 'ਚ ਆਉਂਦਾ ਹੈ ਜਦੋਂ ਸਰਕਾਰੀ ਲਾਇਰ ਦੇ ਵੱਲੋਂ ਕੋਈ ਕਮੀ ਹੈ। ਸਰਕਾਰੀ ਲਾਇਰ ਉਹ ਕਰ ਰਿਹਾ ਹੁੰਦਾ ਜੋ ਤਫਤੀਸ਼ ਹੋਈ ਹੁੰਦੀ ਹੈ। ਸਰਕਾਰੀ ਲਾਇਰ ਆਪ ਨਹੀਂ ਕਮੀ ਛੱਡ ਰਿਹਾ। ਸਰਕਾਰੀ ਲਾਇਰ ਨੂੰ ਇਨਸਟਰਕਸ਼ਨਸ ਆਈਓ ਨੇ ਦੇਣੀ ਹੈ। ਹੁਣ ਜੇ ਆਈਓ ਤਫਤੀਸ਼ ਹੀ ਨਹੀਂ ਕਰ ਰਿਹਾ ਜਾਂ ਉਹਨੂੰ ਪੋਲੀਟੀਕਲ ਬੌਸਸ ਨੇ ਰੋਕ ਲਿਆ ਤੇ ਸਰਕਾਰੀ ਵਕੀਲ ਕੋਲ ਕੋਈ ਇਨਸਟਰਕਸ਼ਨ ਨਹੀਂ ਆਉਣੀ। ਜੇ ਉਹ ਇਨਸਟਰਕਸ਼ਨ ਨਹੀਂ ਆਉਣੀ, ਕੇਸ ਨਹੀਂ ਚੱਲਣਾ। ਸੋ ਮੇਰਾ ਕੰਮ ਸਰਕਾਰ ਦੇ ਨਾਲ ਨਹੀਂ, ਸਰਕਾਰ ਦੇ ਉਲਟ। ਮੈਂ ਸਰਕਾਰ ਤੋਂ ਨਾ ਉਮੀਦ ਰੱਖਦਾ, ਨਾ ਮੈਂ ਕਦੇ ਰੱਖਾਂਗਾ। ਮੈਂ ਤਾਂ ਆਪਣਾ ਕੰਮ ਨਾਲ ਮਤਲਬ ਰੱਖਦਾ। ਜੇ ਸੈਣੀ ਤੇ ਇਹਦੇ ਵਰਗੇ ਅਫਸਰਾਂ ਦੇ ਉਲਟ ਜਾ ਰਿਹਾ, ਵਰਦੀ ਨੂੰ ਬੇਦਾਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਸ ਮੁਹਿੰਮ ਨੂੰ ਤਾਂ ਕੰਟੀਨਿਊ ਕਰਨਾ ਹੀ ਪੈਣਾ ਹੈ ਨਾ ਸਰ। ਉਹ ਸਰਕਾਰਾਂ ਵੱਲ ਵੇਖ ਕੇ ਨਹੀਂ ਕੀਤਾ ਜਾ ਸਕਦਾ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ ਪ੍ਰਦੀਪ ਸਿੰਘ ਵਿਰਕ। ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਉਹਦੇ ਉੱਤੇ ਹੁਣ ਤੱਕ ਜਿੰਨੀ ਕੁ ਜਾਣਕਾਰੀ ਸੀ ਉਹ ਤੁਹਾਡੇ ਤੱਕ ਪਹੁੰਚਾਈ ਗਈ ਆ। ਅਗਲੇ ਟਾਈਮ ਦੇ ਵਿੱਚ ਕੀ ਕੁਝ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿਹੜਾ ਕੋਈ ਨੋਟਿਸ ਇਹਦੇ ਉੱਤੇ ਜਵਾਬ ਦਿੱਤਾ ਜਾਂਦਾ, ਉਹਦੇ ਤੇ ਵੀ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।